कोरोना वायरस करके देश पूरा लॉकडाउन है और इसे ਨੂੰ ਲੈ ਕੇ प्रधानमंत्री नरेंद्र मोदी देशवासियों ਨੂੰ समय-समय ਤੇ अपील भी करते रहे ਨੇ ਤੇ ਹੁਣ 20 ਲੱਖ ਕਰੋੜ ਦਾ ਆਰਥਿਕ ਪੈਕੇਜ ਦੇਣ ਦੀ ਉਹਨਾਂ ਨੇ ਘੋਸ਼ਣਾ ਕੀਤੀ ਸੀ, ਐਲਾਨ ਕੀਤਾ ਸੀ ਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਦੇ ਸੈਕੰਡ ਪਾਰਟ ਦਾ ਐਲਾਨ ਕੀਤਾ। 20 ਲੱਖ ਕਰੋੜ ਰੁਪਏ किस तरह लोगों को राहत मिलूगी उस दे बारे गलबात करांगे। अश्विनी जिंदल साहब सीए ने साडे नाल मौजूद इस वेले, इन्हां नाल गलबात करते हैं। सर 20 लाख करोड़ रुपए का पैकेज देने की गल कही है सरकार ने, लोगों को डायरैक्टली किस तरह उसका फायदा मिलूगा, ये साडे दर्शकों को तफसील करके समझाओ कि वाकई फायदा मिलूगा लोगों को इस 20 लाख करोड़ रुपए के पैकेज का। देखो 20 लाख करोड़ का जो पैकेज आ प्रधानमंत्री जी ने अनाउंस किया वो हुण जाके चीज़ां क्लैरीफाई हो रही हैं। मेरे ख्याल च सानू समझण च गलती है जां असी साडी सोच ज़्यादा मतलब ये है कि जी शायद साडे अकाउंटां 'ਚ पैसे आ जाएंगे, इस तरह का कुछ नहीं हैगा। उन्होंने कहा 7 ਲੱਖ करोड़ रुपया तो असी जिस दिन प्रधानमंत्री जी ने 20 ਲੱਖ करोड़ का अनाउंस किया उस तो पहले ही दे चुकी है सरकार वेरियस स्कीमां दे विच। जिवें RBI ने लिक्विडिटी इनफ्यूज़ की बड़े मीडियम दे विच NBFCs नूं बॉन्ड इशू किए, रिवर्स रैपो रेट इहो जिहा कुछ किया। ਉਹਦੇ ਨਾਲ ਉਹ ਕਹਿੰਦੇ ਜੀ 7 ਲੱਖ ਕਰੋੜ ਜਾਂ ਗਰੀਬਾਂ ਨੂੰ 5-500 ਰੁਪਏ ਦਿੱਤਾ ਜਾਂ ਸਿਲੰਡਰ ਦਿੱਤੇ, ਸਾਰੇ ਮੇਜਰ 5-7 ਲੱਖ ਕਰੋੜ ਦੇ ਆਲਰੇਡੀ ਅਸੀਂ ਕਰ ਚੁੱਕੇ ਹਾਂ ਬਿਫੋਰ ਅਨਾਉਂਸਮੈਂਟਾਂ। ਪਾਰਟ 1 ਕੱਲ ਆਇਆ ਜਿਹੜਾ ਦੇ ਵਿੱਚ MSME ਨੂੰ ਉਹਨਾਂ ਨੇ ਐਡਰੈਸ ਕੀਤਾ। MSME ਦੇ ਵਿੱਚ ਵੀ ਅਗਰ ਅਸੀਂ ਦੇਖੀਏ ਤਾਂ ਉਹਨਾਂ ਨੇ ਸਿਰਫ ਫਾਈਨੈਂਸ਼ੀਅਲ ਸਪੋਰਟ ਦੇਣ ਦੀ ਕੋਸ਼ਿਸ਼ ਕੀਤੀ ਹੈ MSME ਨੂੰ, ਲੇਕਿਨ ਡਾਇਰੈਕਟ ਬੈਨੀਫਿਟ ਜਾਂ ਉਹ ਕੁਝ ਨਹੀਂ ਹੈਗਾ। ਉਹ ਸਿਰਫ ਇੱਕ ਪ੍ਰੋਵੀਡੈਂਟ ਫੰਡ ਵਾਲਾ ਬਰਡਨ ਆ ਜਿਹੜਾ 2500 ਕਰੋੜ ਰੁਪਏ ਦਾ ਗਵਰਨਮੈਂਟ ਨੇ ਬੀਅਰ ਕੀਤਾ ਕਿ 24% ਛੋਟੇ ਜਿਹੜੇ ਮਤਲਬ ਕਹਿੰਦੇ ਆਪਣੇ ਉਦਯੋਗ ਨੇ ਉਹਨਾਂ ਦੇ EMPLOYੀਆਂ ਲਈ ਅਸੀਂ ਬੀਅਰ ਕਰਾਂਗੇ। ਅੱਜ ਸੀਗਾ ਪਾਰਟ 2 ਜਿਹਦੇ ਵਿੱਚ ਉਮੀਦ ਸੀਗੀ ਕਿ ਮਾਈਗ੍ਰੈਂਟ ਲੇਬਰ ਹੋਵੇ ਜਾਂ ਸੈਲਫ ਇੰਪਲਾਇਡ ਹੋਵੇ, ਸਮੋਲ ਫਾਰਮਰ ਹੋਵੇ ਜਾਂ ਸਟਰੀਟ ਵੈਂਡਰ ਜਿਹੜੇ ਛੋਟੇ ਛੋਟੇ ਵਿਚਾਰੇ ਹੈਗੇ ਨੇ ਆਪਣੇ ਰੇੜੀਆਂ ਵਾਲੇ ਜਾਂ ਮਿਡਲ ਕਲਾਸ, ਉਹਨਾਂ ਲਈ ਵਿੱਤ ਮੰਤਰੀ ਜੀ ਨੇ ਕਿਹਾ ਅਸੀਂ ਅੱਜ ਦਾ ਪੈਕੇਜ ਲੈ ਕੇ ਆਏ ਹਾਂ। उस पैकेज ਦੇ ਵਿੱਚ ਵੀ ਲੋਕਾਂ ਨੂੰ ਇਹ ਸੀਗਾ ਵੀ ਸ਼ਾਇਦ ਕੁਝ ਕੈਸ਼ ਮਿਲੇਗਾ, ਲੇਕਿਨ ਕੈਸ਼ ਵਾਲਾ ਅੱਜ ਵਾਲੇ ਪੈਕੇਜ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਨਹੀਂ। ਲੇਕਿਨ ਇਕਨੋਮੀ ਦੇ ਪਹੀਏ ਨੂੰ ਚਲਾਉਣ ਲਈ ਫਾਈਨੈਂਸ਼ੀਅਲ ਸਪੋਰਟਾਂ ਕਾਫੀ ਕੀਤੀਆਂ ਨੇ ਜਿਹੜੀਆਂ ਕਿ ਮੈਂ ਸਮਝਦਾ ਅਗਰ ਇਕਨੋਮੀ ਸਹੀ ਚੱਲਦੀ ਰਹਿੰਦੀ ਤਾਂ ਬੈਂਕ ਵੈਸੇ ਵੀ ਫਾਈਨਾਂਸ ਦੇ ਰਹੀ ਸੀ। ਜਿਸ ਤਰ੍ਹਾਂ ਫਾਰਮਰਜ਼ ਲਈ ਉਹਨਾਂ ਨੇ ਕਿਹਾ 3 ਕਰੋੜ ਫਾਰਮਰਜ਼ ਨੂੰ ਆਲਰੇਡੀ 4,22,000 ਕਰੋੜ ਦੇ ਲੋਨ ਦਿੱਤੇ ਹੋਏ ਆ। ਉਹਨਾਂ ਨੂੰ ਗਵਰਨਮੈਂਟ 5% ਤੱਕ ਦੀ ਇੰਟਰਸਟ ਸਬਸਿਡੀ ਦਿੰਦੀ ਹੈ। ਪ੍ਰੌਂਪਟ ਪੇਅਰ ਨੂੰ 3%, ਨੋਰਮਲ ਨੂੰ 2%, ਅਪ ਟੂ 3 ਲੱਖ ਤੱਕ ਅਗਰ ਕਿਸੇ ਦਾ ਲੋਨ ਆ। ਤੇ ਉਹ ਉਹਨਾਂ ਨੂੰ ਸੀ ਵੀ ਟੈਕਨੀਕਲੀ ਕਿਤੇ 31 ਮਾਰਚ ਨੂੰ ਉਹ ਅਗਰ NPA ਹੋ ਗਿਆ ਤਾਂ ਉਹਨੂੰ ਉਹ ਸਪੋਰਟ ਨਹੀਂ ਮਿਲੇਗੀ। ਉਹਨਾਂ ਨੇ ਉਹਦਾ ਪੀਰੀਅਡ ਵਧਾ ਕੇ 1 ਮਾਰਚ ਤੋਂ 31 ਮਾਰਚ ਤੱਕ 31 ਮਈ ਤੱਕ ਕਰਤਾ, ਜਿਹਦੇ ਕਰਕੇ ਕਿ ਉਹਨਾਂ ਦੀ ਜਿਹੜੀ ਉਹ ਬੈਨੀਫਿਟ ਆ ਉਹ ਖਤਮ ਨਾ ਹੋ ਜੇ। ਉਹਨਾਂ ਨੇ ਕਿਹਾ ਲੋਕਡਾਊਨ ਦੇ ਵਿੱਚ ਵੀ ਅਸੀਂ 25 ਲੱਖ ਨਵੇਂ KCC ਕਾਰਡ ਦਿੱਤੇ ਤੇ 63 ਲੱਖ ਨਵੇਂ ਲੋਨ ਵੀ ਕੀਤੇ, ਜਿਹਦੇ ਵਿੱਚ ਵੀ 86-87 ਹਜ਼ਾਰ ਕਰੋੜ ਇੱਕ ਤੇ 25,000 ਕਰੋੜ ਇੱਕ ਨਬਾਰਡ ਨੇ। ਇਹ ਕਿਸਾਨਾਂ ਨੂੰ 30,000 ਕਰੋੜ ਇੱਕ ਸਪੋਰਟ ਆਲਰੇਡੀ ਕਿਸਾਨਾਂ ਨੂੰ ਅਸੀਂ ਲੋਨ ਦੀ ਦੇ ਚੁੱਕੇ ਹਾਂ। ਪਲੱਸ ਸਟੇਟਾਂ ਨੂੰ ਵੀ ਅਸੀਂ 6700 ਕਰੋੜ ਦਿੱਤਾ ਕਿ ਆਪਣੀ ਪ੍ਰੋਕਿਉਰਮੈਂਟ ਕਰੋ। ਸੈਲਫ ਫਾਈਨਾਂਸ ਗਰੁੱਪ ਨੂੰ ਮਾਸਕ ਬਣਾਉਣ ਲਈ ਲੇਡੀਜ਼ ਨੂੰ ਸਭ ਨੂੰ ਉਹਨਾਂ ਨੂੰ ਵੀ ਅਸੀਂ ਸਪੋਰਟ ਕੀਤੀ ਆ। ਤੇ ਕਿਸਾਨਾਂ ਲਈ ਹੋਰ ਤਾਂ ਕਿ ਉਹਨਾਂ ਨੂੰ ਕਦੇ ਅਗਰ ਕਦੇ ਫਾਈਨੈਂਸ਼ੀਅਲ ਦੀ ਦਿੱਕਤ ਆ, ਜਿਹੜੇ ਕਿਸਾਨ ਹਜੇ ਤੱਕ ਲੋਨ ਨਹੀਂ ਲੈ ਰਹੇ ਜਿਨ੍ਹਾਂ ਨੂੰ ਲੋੜ ਹੈਗੀ ਆ ਮਾਰਜਨਲ ਨੂੰ, ਉਹਨਾਂ ਨੇ ਕਿਹਾ 2 ਲੱਖ ਕਰੋੜ ਰੁਪਏ ਦੇ ਲੋਨ ਉਹ 2.5 ਕਰੋੜ ਨਵੇਂ ਬੰਦਿਆਂ ਨੂੰ ਜਿਨ੍ਹਾਂ ਕੋਲੇ ਪਹਿਲਾਂ KCC ਕਾਰਡ ਨਹੀਂ ਹੈਗੇ ਉਹਨਾਂ ਨੂੰ ਅਸੀਂ ਦੇਵਾਂਗੇ। 30,000 ਕਰੋੜ ਰੁਪਇਆ ਐਡੀਸ਼ਨਲ ਲਿਕੁਇਡਿਟੀ ਹੋਰ ਦੇਤੀ ਕਿਸਾਨਾਂ ਨੂੰ ਕਿ ਅਗਰ ਜ਼ਰੂਰਤ ਆ ਇਸ ਫਸਲ ਦੇ ਲਈ ਰਬੀ ਦੇ ਲਈ ਸਟੇਟਾਂ ਨੂੰ ਸਪੋਰਟ ਦੇਤੀ ਕਿ ਤੁਸੀਂ ਜੀ ਕਿਸਾਨਾਂ ਤੋਂ ਖਰੀਦੋ ਤੇ ਇਮੀਡੀਏਟ ਪੇਮੈਂਟਾਂ ਕਰੋ। ਇੱਕ ਇਹ ਵੀ ਇਹਨਾਂ ਨੇ 30,000 ਕਰੋੜ ਰੁਪਏ ਦਾ ਇਹ ਕਿਸਾਨਾਂ ਦੇ ਲਈ ਫਾਈਨੈਂਸ਼ੀਅਲ ਸਪੋਰਟ ਮੇਜਰ ਨੇ। ਡਾਇਰੈਕਟ ਕੋਈ ਬੈਨੀਫਿਟ ਟ੍ਰਾਂਸਫਰ ਨਹੀਂ ਹੈਗਾ, ਇਹਨੂੰ ਆਪਾਂ ਕਨਫਿਊਜ਼ ਨਾ ਕਰੀਏ। ਮੇਜਰ ਲੈਤੇ ਨੇ ਤਾਂ ਕਿ ਉਹਨਾਂ ਦੀ ਫਸਲ ਇੱਕੋ ਦਮ ਚੱਕੀ ਜਾਵੇ ਤੇ ਉਹਨਾਂ ਨੂੰ ਸਪੋਰਟ ਮਿਲੇ ਤੇ ਉਹ ਆਪਣੀ ਫਸਲ ਨੂੰ ਬੋ ਸਕਣ। ਦੂਜਾ ਮਾਈਗ੍ਰੈਂਟ ਲੇਬਰ ਲਈ ਉਹਨਾਂ ਨੇ ਕਿਹਾ ਲੋਕਡਾਊਨ ਦੇ ਵਿੱਚ ਵੀ ਅਸੀਂ 2.33 ਕਰੋੜ ਡੇਜ਼ ਕੰਮ ਕਰਾਇਆ, ਜਿਹਦਾ ਅਸੀਂ 10,000 ਕਰੋੜ ਰੁਪਇਆ ਦਿੱਤਾਗਾ ਮਨਰੇਗਾ ਦੇ ਅੰਡਰ। ਤੇ 44 ਲੋ ਜਿਹੜੇ ਸਾਡੇ ਬੜੇ ਅਲੱਗ-ਅਲੱਗ ਨੇ ਜਿਹਦੇ ਕਰਕੇ ਫੋਰਨਰ ਅਸੀਂ ਕਹਿੰਦੇ ਆ ਜੀ ਬੰਦੇ ਇੱਥੇ ਆਣਗੇ ਉਹ ਇਸੇ ਕਰਕੇ ਨਹੀਂ ਆਉਂਦੇ, ਤੁਹਾਡੇ ਲੇਬਰ ਲਾ ਬਹੁਤ ਜ਼ਿਆਦਾ ਨੇ। ਉਹਨਾਂ ਨੇ ਕਿਹਾ ਜੀ 4 ਕਰ ਦਿਆਂਗੇ 44 ਨੂੰ ਤੇ ਉਹ ਅਸੀਂ ਪਾਰਲੀਮੈਂਟ 'ਚ ਪੇਸ਼ ਕਰਾਂਗੇ ਤੇ ਓਪੋਜੀਸ਼ਨ ਤੋਂ ਇਹਦੇ ਤੇ ਸਪੋਰਟ ਚਾਹੁੰਦੇ ਆ। ਉਹਦੇ ਵਿੱਚ ਮਿਨੀਮਮ ਵੇਜਸ ਪੰਜਾਬ 'ਚ ਕੁਛ ਆ, ਬਿਹਾਰ 'ਚ ਕੁਛ ਆ, ਉਹਨਾਂ ਸਾਰਿਆਂ ਨੂੰ ਐਡਰੈਸ ਕਰਦੇ ਹੋਏ ਇੱਕ ਨੈਸ਼ਨਲ ਫਲੋਰ ਵੇਜਸ ਰੇਟ ਬਣਾਵਾਂਗੇ ਜਿਹੜਾ ਮਿਨੀਮਮ ਹੋਊਗਾ ਤੇ ਸਾਰਿਆਂ ਲਈ ਯੂਨੀਫਾਰਮ ਹੋਊਗਾ ਤੇ ਸਾਰਿਆਂ ਨੂੰ ਉਹਦੇ 'ਚ ਫਾਇਦਾ ਹੋਊਗਾ। ਇੱਥੇ ਤੁਹਾਨੂੰ ਇੱਕ ਚੀਜ਼ ਲਈ ਰੋਕਣਾ ਚਾਹੂੰਗਾ ਜਿੰਦਲ ਸਾਹਿਬ ਕਿ ਜਿੱਦਾਂ ਸੂਬੇ ਆ ਉਹ
ਕਹਿੰਦੇ ਰਹੇ ਆ ਕਿ ਜੀ ਸਮੇਂ-ਸਮੇਂ ਤੇ ਉਹਨਾਂ ਨੇ ਮੰਗ ਰੱਖੀ ਹੈ। ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀਗਾ ਪਹਿਲਾਂ ਕਿ ਜੀ ਸਾਨੂੰ ਸਪੋਰਟ ਨਹੀਂ ਮਿਲ ਰਿਹਾ, ਜਿੰਨੇ ਫੰਡ ਦੀ ਸਾਨੂੰ ਲੋੜ ਹੈਗੀ ਆ ਉਹਨਾਂ ਫੰਡ ਮਿਲ ਨਹੀਂ ਪਾ ਰਿਹਾ। ਕਿ ਹੁਣ ਉਹ ਜਿਹੜੀ ਕਮੀ ਹੈ ਉਹ ਪੂਰੀ ਹੋ ਜੂਗੀ ਹੁਣ, ਜਾਂ ਇਹ ਜਿਹੜੀਆਂ ਸਕੀਮਸ ਨੇ ਇਹ ਤਾਂ ਆਲਰੇਡੀ ਚੱਲ ਹੀ ਰਹੀਆਂ ਨੇ? ਫਿਰ ਦੇਖੋ, ਜਿਹੜੀਆਂ ਸਟੇਟਾਂ ਨੂੰ ਸਪੋਰਟ ਜਿਹੜੀ ਉਹ ਫਾਈਨੈਂਸ਼ੀਅਲ ਸਪੋਰਟ ਮੰਗਦੇ ਪਏ ਆ, ਇਹ ਸਪੋਰਟ ਹੈਗੀ ਆ ਗਵਰਨਮੈਂਟ ਦੀ ਡਿਫਰੈਂਟ ਸੈਕਟਰਾਂ ਨੂੰ ਇਕਨੋਮੀ ਨੂੰ ਚਲਾਉਣ ਲਈ। ਦੇਖੋ, ਸਟੇਟਾਂ ਨੂੰ ਗਵਰਨਮੈਂਟ ਨੇ ਜਿਹੜੀ ਸਪੋਰਟ ਦੇਣੀ ਆ, ਉਹਨਾਂ ਨੇ ਕਿਹਾ ਜਿਸ ਤਰ੍ਹਾਂ ਫੂਡ ਦੀ ਅਸੀਂ ਸਪੋਰਟ ਦੇ ਰਹੇ ਹਾਂ ਤੁਹਾਨੂੰ, ਮਾਈਗ੍ਰੈਂਟ ਲੇਬਰ ਲਈ 11,000 ਕਰੋੜ ਰੁਪਇਆ ਸੈਂਟਰ ਨੇ ਦਿੱਤਾ, ਤੇ ਸਪੈਸ਼ਲ ਜਿਹੜਾ ਉਹਨਾਂ ਦਾ ਸਟੇਟ ਡਿਜ਼ਾਸਟਰ ਰਿਸਪੌਂਡ ਫੰਡ ਆ ਉਹ ਵੀ ਉਹਨਾਂ ਨੇ ਕਿਹਾ ਯੂਜ਼ ਕਰ ਲਓ। ਉਹ ਵੀ ਮੇਰੇ ਖਿਆਲ ਵਿੱਤ ਮੰਤਰੀ ਜੀ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ 35,000 ਕਰੋੜ ਦਾ ਉਹ ਹੈਗਾ, ਉਹ ਸਟੇਟਾਂ ਯੂਜ਼ ਕਰ ਸਕਦੀਆਂ ਨੇ ਇਸ ਫੰਡ ਨੂੰ ਇਸ ਆਪਦਾ ਦੇ ਵਿੱਚ, ਤੇ 11,000 ਕਰੋੜ ਸੈਂਟਰ ਨੇ ਵੀ ਦਿੱਤਾ। ਇਹ ਸਾਰੀਆਂ ਚੀਜ਼ਾਂ ਤਾਂ ਸਟੇਟਾਂ ਨੂੰ ਦਿੱਤੀਆਂ ਵੀਆਂ ਨੇ। ਉਹਨਾਂ ਨੇ ਕਿਹਾ ਵੀ ਰਾਸ਼ਨ ਜਿਹੜਾਗਾ 2 ਮਹੀਨੇ ਲਈ ਗਰੀਬਾਂ ਲਈ ਵੰਡਣ ਲਈ ਅਸੀਂ ਤੁਹਾਨੂੰ ਦੇਵਾਂਗੇ, ਲੇਕਿਨ ਉਹਨੂੰ ਵੰਡਣਾ ਸਟੇਟਾਂ ਨੇ ਆ। ਉਹਨਾਂ ਨੇ ਕਿਹਾ ਵੀ ਜੇ ਕਾਰਡ ਨਹੀਂ ਹੈਗੇ ਬੰਦੇ ਕੋਲੇ ਰਾਸ਼ਨ ਕਾਰਡ, ਈਵਨ 2 ਅਸੀਂ ਦੇ ਦਾਂਗੇ, ਤੁਸੀਂ ਦੱਸੋ ਵੀ ਜੇ ਇਹਨਾਂ ਬੰਦਿਆਂ ਕੋਲੇ ਕਾਰਡ ਹੈ ਨਹੀਂ ਤੇ ਸਾਨੂੰ ਇਹਨਾਂ ਦਾ ਰਾਸ਼ਨ ਚਾਹੀਦਾ, ਉਹ ਕਹਿੰਦੇ ਅਸੀਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਾਵਾਂਗੇ। 5 ਕਿਲੋ ਵਨ ਰਾਸ਼ਨ ਕਾਰਡ ਯੋਜਨਾ ਵੀ ਲਾਗੂ ਕੀਤੀ ਜਾਣੀ ਹੈ। ਇਹ ਵਨ ਰੇਸ਼ਨ ਵੰਡ ਇਸ ਲਈ ਆ ਕਿ ਅਸੀਂ ਕਹਿੰਦੇ ਮਾਈਗ੍ਰੈਂਟ ਲੇਬਰ ਬੰਦੇ ਕੋਲੇ ਬਿਹਾਰ ਦਾ ਰਾਸ਼ਨ ਕਾਰਡ ਆ ਹੈਗਾ, ਪੰਜਾਬ 'ਚ ਕੰਮ ਕਰਦਾ ਪਿਆ, ਉਹਨਾਂ ਨੇ ਕਿਹਾ ਨੈਸ਼ਨਲ ਪੋਰਟੇਬਿਲਿਟੀ ਕਰ ਦਿਆਂਗੇ, ਜਿੱਥੇ ਮਰਜ਼ੀ ਹੋਵੋ ਤੁਸੀਂ ਦੇਸ਼ 'ਚ, ਜਿੱਥੇ ਮਰਜ਼ੀ ਲੈ ਲਓ। 87% ਕਰ ਚੁੱਕੇ ਆ, ਰਹਿੰਦਾ ਹੁੰਦਾ ਅਸੀਂ 31 ਮਾਰਚ 2021 ਤੱਕ ਪੂਰਾ ਕਰ ਲਾਂਗੇ। ਤੇ ਜੇ ਤੁਹਾਡੇ ਕੋਲ ਕਾਰਡ ਨਹੀਂ ਹੈਗਾ ਅਸੀਂ ਤਦ ਵੀ ਤੁਹਾਨੂੰ ਰਾਸ਼ਨ ਦੇ ਦਾਂਗੇ। ਸਟੇਟ ਗਵਰਨਮੈਂਟ ਕਹੇ ਵੀ ਸਾਨੂੰ ਇੰਨੇ ਵਰਕਰ ਸਾਡੇ ਇੱਥੇ ਨੇ, 10 ਲੱਖ ਵਰਕਰ ਨੇ, ਇਹਨਾਂ ਦਾ ਰਾਸ਼ਨ ਭੇਜੋ, ਉਹਨਾਂ ਨੂੰ ਵੀ 5 ਕਿਲੋ ਕਣਕ ਜਾਂ ਚਾਵਲ ਤੇ 1 ਕਿਲੋ ਦਾਲ ਅਸੀਂ ਦੇ ਦੇਵਾਂਗੇ। ਤੇ ਜਿਹੜੇ ਜਿਸ ਤਰ੍ਹਾਂ ਆਪਾਂ ਵੇਜਸ ਦੀ ਗੱਲ ਕਰ ਰਹੇ ਸੀ ਮਾਈਗ੍ਰੈਂਟ ਲੇਬਰ ਦੀ, ਉਹਨਾਂ ਲਈ ਉਹਨਾਂ ਨੇ ਈਜ਼ ਕਰਨ ਲਈ ਉਹਨਾਂ ਨੂੰ ਕਿਹਾ ਵੀ ESI ਦੇ ਵਿੱਚ ਜਿਹੜੇ ਬੰਦੇ ਮਤਲਬ ਕਹਿੰਦੇ ਡਿਫਿਕਲਟ ਕੰਡੀਸ਼ਨ 'ਚ ਕੰਮ ਕਰਦੇ ਆ ਉਹਨਾਂ ਨੂੰ ਵੀ ਜੋੜਾਂਗੇ, ਸੋਸ਼ਲ ਸਿਕਿਉਰਿਟੀ ਫੰਡ ਵੀ ਬਣਾਵਾਂਗੇ, ਮਿਨੀਮਮ ਵੇਜ ਰੇਟ ਵੀ ਕਰਾਂਗੇ, ਤੁਹਾਨੂੰ ਲੈਟਰ ਵੀ ਦੇਵਾਂਗੇ ਅਪਾਇੰਟਮੈਂਟ ਦਾ, ਤਾਂ ਕਿ ਤੁਹਾਨੂੰ ਇਹ ਸਿੱਧ ਹੋ ਸਕੇ ਕਿ ਤੁਸੀਂ ਵਾਕਈ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ। ਤੇ ਮਾਈਗ੍ਰੈਂਟ ਲੇਬਰ ਨੂੰ ਉਹਨਾਂ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਰਾਸ਼ਨ ਲਈ ਉਹਨਾਂ ਨੇ ਪਹਿਲਾਂ ਹੀ ਕਹਿਤਾ 3500 ਕਰੋੜ ਰੁਪਏ ਦਾ ਇਹਨਾਂ ਦੇ ਬਰਡਨ ਪਏਗਾ ਸੈਂਟਰ ਗਵਰਨਮੈਂਟ ਤੇ, ਉਹ ਸਾਰਿਆਂ ਨੂੰ 2 ਮਹੀਨੇ ਹੋਰ ਐਕਸਟੈਂਡ ਕਰਤਾ ਪੀਰੀਅਡ ਜਿਹੜਾ ਰਾਸ਼ਨ ਦੇਣਗੇ। ਉਸ ਤੋਂ ਬਾਅਦ ਨੈਸ਼ਨਲ ਪੋਰਟੇਬਿਲਿਟੀ ਕਾਰਡ ਦਾ ਹੋ ਗਿਆ ਅਫੋਰਡੇਬਲ ਰੈਂਟ। ਉਹ ਕਹਿੰਦੇ ਅੱਜ ਮਾਈਗ੍ਰੈਂਟ ਲੇਬਰ ਪੰਜਾਬ 'ਚ ਆਉਂਦੀ ਆ, ਉਹਨਾਂ ਨੂੰ ਰੈਂਟ ਦੇਣਾ ਪੈਂਦਾ ਰਹਿਣ ਲਈ। ਉਹ ਕਹਿੰਦੇ ਜੀ ਇੰਡਸਟਰੀ ਨੂੰ ਅਸੀਂ ਸਪੋਰਟ ਕਰਾਂਗੇ, PPP ਮਾਡਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਉਹ ਬਣਾਉਣ, ਤੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਤੇ ਉਹ ਅਫੋਰਡੇਬਲ ਰੇਟ ਤੇ ਉਹਨਾਂ ਨੂੰ ਹਾਊਸ ਪ੍ਰੋਵਾਈਡ ਕਰਨ, ਤਾਂ ਕਿ ਉਹਨਾਂ ਨੂੰ ਜ਼ਿਆਦਾ ਖਰਚਾ ਆਪਣੇ ਰੈਂਟ ਦੇ ਉੱਤੇ ਨਾ ਕਰਨਾ ਪਵੇ ਮਾਈਗ੍ਰੈਂਟ ਲੇਬਰ ਨੂੰ। ਇਹ ਵੀ ਗਵਰਨਮੈਂਟ ਨੇ ਐਡਰੈਸ ਕੀਤਾ। ਛੋਟੇ ਵਪਾਰੀਆਂ ਲਈ ਜਿਨ੍ਹਾਂ ਦਾ 50,000 ਤੱਕ ਸ਼ਿਸ਼ੂ ਲੋਨ ਆ, ਉਹਨੂੰ ਸ਼ਿਸ਼ੂ ਲੋਨ ਕਹਿੰਦੇ ਆ ਮੁਦਰਾ ਦੇ ਵਿੱਚ, ਉਹਨਾਂ ਨੇ ਕਿਹਾ ਕਿ ਉਹਨਾਂ ਦੀ 2% ਇੰਟਰਸਟ ਸਬਸਿਡੀ ਆਉਣ ਵਾਲੇ 12 ਮਹੀਨਿਆਂ ਤੱਕ ਉਹ ਗਵਰਨਮੈਂਟ ਬੀਅਰ ਕਰੇਗੀ, ਜਿਹਦਾ 1500 ਕਰੋੜ ਰੁਪਇਆ ਗਵਰਨਮੈਂਟ ਤੇ ਬੋਝ ਪਏਗਾ, ਉਹ ਸੈਂਟਰ ਗਵਰਨਮੈਂਟ ਬੀਅਰ ਕਰੇਗੀ। ਸਟਰੀਟ ਵੈਂਡਰਸ ਲਈ ਜਿਹੜੇ ਆ ਰੇਹੜੀਆਂ ਵਿਚਾਰਾਂ ਵਾਲੇ ਆ, ਇਹਨਾਂ ਲਈ 5000 ਕਰੋੜ ਰੁਪਏ ਦਾ ਪ੍ਰਾਵਧਾਨ ਰੱਖਿਆ ਕਿ 10,000 ਰੁਪਇਆ ਇੱਕ ਬੰਦੇ ਨੂੰ ਅਸੀਂ ਲੋਨ ਦੇਵਾਂਗੇ, ਤਾਂ ਕਿ ਉਹ ਇਹਦੇ ਤੋਂ ਲਾਭ ਲੈ ਕੇ ਆਪਣਾ ਬਿਜ਼ਨਸ ਨੂੰ ਦੁਬਾਰਾ ਚਲਾ ਸਕਣ। ਤੇ ਜਿਹੜੇ ਮਿਡਲ ਕਲਾਸ ਲਈ ਇੱਕ ਬਹੁਤ ਛੋਟਾ ਜਿਹਾ ਲਾਭ ਆ ਕਿ ਜਿਹੜਾ ਪਹਿਲਾਂ ਵੀ ਹੈਗਾ ਅਫੋਰਡੇਬਲ ਹਾਊਸਿੰਗ ਦਾ, ਉਹਦਾ 1 ਸਾਲ ਪੀਰੀਅਡ ਐਕਸਟੈਂਡ ਕਰਤਾ, ਤਾਂ ਕਿ ਉਹ ਇਹਦੇ ਵਿੱਚ ਆਪਣੇ ਘਰ ਬਣਾ ਸਕਣ ਤੇ ਇਕਨੋਮੀ ਦਾ ਪਹੀਆ ਚੱਲ ਸਕੇ। ਇਸ ਤੋਂ ਇਲਾਵਾ ਬਾਕੀ ਤਾਂ ਸਟੇਟਾਂ ਦੀ ਡਿਮਾਂਡ ਸੀਗੀ ਕਿ ਟ੍ਰਾਈਬਲ ਏਰੀਆ ਦੇ ਵਿੱਚ 6,000 ਕਰੋੜ ਰੁਪਏ ਦਾ ਉਹਨਾਂ ਨੇ ਡਿਮਾਂਡ ਕੀਤੀ ਸੀ, ਉਹ ਵੀ ਉਹਨਾਂ ਨੇ ਕਹਿਤਾ ਕਿ ਜਾਂ ਜਿਹੜੇ ਆਦੀਵਾਸੀ ਆ ਉਹਨਾਂ ਨੂੰ ਕੰਮ ਮਿਲ ਸਕੇ ਜੰਗਲਾਂ 'ਚ ਜਾਂ ਹੋਰ 'ਚ, ਉਹਦੇ ਲਈ 6,000 ਕਰੋੜ ਦਾ ਫੰਡ ਵੀ ਉਹਨਾਂ ਨੇ ਅਨਾਉਂਸ ਕਰਤਾ। ਮੈਂ ਸਮਝਦਾ ਇਹ ਸਾਰੇ ਇਨੀਸ਼ੀਏਟਿਵ ਅੱਛੇ ਨੇ, ਕਿਉਂਕਿ ਗਵਰਨਮੈਂਟ ਕੋਲੇ ਬੜੇ ਲਿਮਟਿਡ ਰਿਸੋਰਸਸ ਨੇ। ਸਾਰੀ ਦੁਨੀਆ ਸਮਝਦੀ ਹੈ ਸ਼ਾਇਦ 20 ਲੱਖ ਕਰੋੜ ਰੁਪਏ ਅਕਾਊਂਟਾਂ 'ਚ ਹੀ ਆ ਜਾਣਾ, ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ। ਇਹ ਸਿਰਫ ਸਪੋਰਟ ਇਸ ਕਰਕੇ ਦਿੱਤੀ ਗਈ ਆ ਕਿ 2 ਮਹੀਨਿਆਂ ਕਰਕੇ ਜੋ ਇਕਨੋਮੀ ਦਾ ਪਹੀਆ ਰੁਕਿਆਗਾ ਉਹ ਚੱਲ ਸਕੇ ਤੇ ਇਕਨੋਮੀ ਸਾਡੀ ਟਰੈਕ ਤੇ ਆ ਸਕੇ। ਇਹ ਸਾਰੇ ਉਹੀ ਮੇਜਰ ਨੇ ਜਦੋਂ ਕਿ ਗਵਰਨਮੈਂਟ ਨੂੰ ਮੈਂ ਐਕਸਪੈਕਟ ਕਰਦਾ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜਨ ਦੇ ਮੇਜਰ ਲੈਣੇ ਚਾਹੀਦੇ, ਜਿਸ ਤਰ੍ਹਾਂ GST ਕੋਈ ਰਿਫੰਡ ਕਰਦੇ ਇੰਡੀਵਿਜੂਅਲ ਨੂੰ। ਅਗਰ ਬੰਦਾ ਅੱਜ ਮੈਂ ਸਮਾਨ ਖਰੀਦ ਕੇ ਲਿਆਣਾ ਲੱਖ ਰੁਪਏ ਦਾ ਖਰਚਾ ਕਰਦਾ, ਇਕਨੋਮੀ ਚੱਲਦੀ ਆ, ਮੈਂ ਉਹਦੇ ਤੇ 20,000 ਰੁਪਏ GST ਦਿੱਤਾ ਤਾਂ ਗਵਰਨਮੈਂਟ ਮੈਨੂੰ 5,000 ਮੋੜ ਦੇਵੇ, 25% 30%। ਮੈਂ ਖਰਚਾ ਕਰਕੇ ਆਵਾਂਗੇ ਇਸੇ ਲਾਲਚ ਨੂੰ ਕਿ 5,000 ਮੈਨੂੰ ਵਾਪਸ ਮਿਲੂਗਾ। ਜਿਹੜੇ ਬੰਦਿਆਂ ਨੇ ਇਨਕਮ ਟੈਕਸ ਇੰਨੀ ਦੇਰ ਦਿੱਤਾ, ਉਹਨਾਂ ਦੇ 3 ਸਾਲ ਦੀ ਕੋਈ ਐਵਰੇਜ ਕੱਢ ਕੇ 10-20% ਗਵਰਨਮੈਂਟ ਉਹਨਾਂ ਨੂੰ ਵਾਪਸ ਕਰ ਦੇਵੇ, ਤਾਂ ਕਿ ਉਹ ਖਰਚਣ, ਉਹਦੇ ਨਾਲ ਵੀ ਇਕਨੋਮੀ ਚੱਲਣੀ ਆ ਤੇ ਲੋਕਾਂ ਨੂੰ ਲੱਗੇਗਾ ਕਿ ਗਵਰਨਮੈਂਟ ਸਾਨੂੰ ਡਾਇਰੈਕਟ ਸਪੋਰਟ ਕਰ ਰਹੀ ਆ। ਇਹੋ ਜਿਹੇ ਮੇਜਰ ਉਹਨਾਂ ਲੋਕਾਂ ਨੂੰ ਵੀ ਦੇਣੇ ਚਾਹੀਦੇ ਆ ਜਿਨ੍ਹਾਂ ਨੇ ਅੱਜ ਤੱਕ ਇਕਨੋਮੀ ਚਲਾਈ ਹੈ ਬਾਈ ਵੇ ਆਫ ਵੇਰੀਅਸ ਟੈਕਸਸ, ਚਾਹੇ ਉਹ ਡਾਇਰੈਕਟਲੀ ਦਿੱਤੇ ਨੇ, ਚਾਹੇ ਗਰੀਬ ਬੰਦੇ ਨੇ ਵੀ ਇਨਡਾਇਰੈਕਟਲੀ ਦਿੱਤੇ ਨੇ। ਕਿਸਾਨਾਂ ਨੂੰ ਲੈ ਕੇ ਕੋਈ ਲੋਨ ਮਾਫ ਕਰਨ ਦਾ ਜਾਂ ਕੋਈ ਉਹਨਾਂ ਨੂੰ ਰਾਹਤ ਦਿੱਤੀ ਹੋਵੇ ਉਹੋ ਜਿਹਾ ਕੁਝ ਲੱਗ ਰਿਹਾ? ਕਿਉਂਕਿ ਮਈ ਤੱਕ ਦਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਮਾਫ ਕੀਤੇ ਜਾਣਗੇ ਵਿਆਜ ਜਾਂ ਛੂਟ ਦਿੱਤੀ ਜਾਊਗੀ, ਵਿਆਜ ਦੇ ਵਿੱਚ ਛੂਟ ਦਿੱਤੀ ਜਾਊਗੀ। ਇਦਾਂ ਦਾ ਮਾਫੀ ਦਾ ਕੋਈ ਪ੍ਰਾਵਧਾਨ ਨਹੀਂ ਆਇਆ, ਸਿਰਫ ਇਹ ਪਹਿਲਾਂ ਵੀ ਪ੍ਰਾਵਧਾਨ ਹੈਗਾ ਕਿ ਪ੍ਰੌਮਪਟ ਪੇਅਰ ਕੀ ਹੁੰਦੇ ਆ ਕਿ ਜਿਹੜਾ ਟਾਈਮ ਦੇ ਉੱਤੇ ਆਪਣੀ ਕਿਸ਼ਤ ਦੇ ਦਿੰਦਾ ਬੈਂਕ ਨੂੰ। ਤੇ ਵੈਸੇ ਵੀ ਗਵਰਨਮੈਂਟ 3 ਲੱਖ ਤੱਕ ਦੇ ਲੋਨ 2% ਸਬਸਿਡੀ ਆਲਰੇਡੀ ਦੇ ਰਹੀ ਆ, 7% ਤੇ ਉਹਨਾਂ ਨੂੰ ਲੋਨ ਮਿਲਦੇ ਆ ਬੈਂਕਾਂ ਤੋਂ,
ਤੇ ਜੇ ਉਹ ਟਾਈਮ ਤੇ ਦੇ ਦਿੰਦੇ ਆ 3% ਗਵਰਨਮੈਂਟ ਹੋਰ ਦੇ ਦਿੰਦੀ ਹੈ ਬੈਂਕ ਨੂੰ, 4% ਦੇ ਪੈ ਜਾਂਦੇ ਉਹਨਾਂ ਨੂੰ। ਉਹ ਸਿਰਫ ਪੀਰੀਅਡ ਵਧਾਇਆ 2 ਮਹੀਨੇ ਤਾਂ ਕਿ ਲੋਕਡਾਊਨ ਕਰਕੇ ਅਗਰ ਕਿਸੇ ਨੇ ਕਿਸ਼ਤ ਨਹੀਂ ਮੋੜੀ ਤੇ ਉਸ ਨੂੰ ਜਿਹੜਾ ਬੈਨੀਫਿਟ ਮਿਲ ਰਿਹਾ ਉਹਦਾ ਵੰਚਿਤ ਨਾ ਹੋ ਜੇ, ਸਿਰਫ ਉਹੀ ਬੈਨੀਫਿਟ ਐਕਸਟੈਂਡ ਕੀਤਾਗਾ। ਇੱਕ ਚੀਜ਼ ਹੋਰ ਹੈ, ਜਿੱਦਾਂ ਕਿ ਮਿਨੀਮਮ ਡੇਲੀ ਵੇਜਸ ਹੈ ਜਿਹੜਾ, ਇਹਨਾਂ ਨੇ ਕਿਹਾ ਕਿ 202 ਰੁਪਏ, ਇਹ ਚੀਜ਼ਾਂ ਤਾਂ ਪਹਿਲਾਂ ਚੱਲ ਹੀ ਰਹੀਆਂ ਸੀਗੀਆਂ, ਫਿਰ ਹੁਣ ਦੁਬਾਰਾ ਰਿਪੀਟੇਸ਼ਨ ਨਹੀਂ ਹੋਗੀ ਇਸ ਚੀਜ਼ ਦੀ? ਨਹੀਂ, ਉਹਦੇ ਵਿੱਚ ਪਹਿਲਾਂ 182 ਰੁਪਏ ਸੀ ਮਨਰੇਗਾ ਦੇ ਵਿੱਚ ਮਿਨੀਮਮ ਵੇਜਸ ਸ਼ਾਇਦ, ਤੇ ਉਹਨੂੰ ਵਧਾ ਕੇ 202 ਕਰਤਾ। ਉਹ ਆਲਰੇਡੀ ਇਹਨਾਂ ਨੇ ਪਹਿਲਾਂ ਹੀ ਕਰਤਾ ਸੀਗਾ ਬਿਫੋਰ ਅਨਾਉਂਸਮੈਂਟ ਆਫ ਥੀਸ ਪੈਕੇजेस ਕਿ ਜੀ ਉਹ ਅਸੀਂ ਰੇਟ ਵਧਾ ਰਹੇ ਹਾਂ ਤਾਂ ਕਿ ਹੁਣ ਘੱਟ ਕੰਮ ਕਰ ਸਕਣਗੇ ਜਿਹੜੇ ਮਨਰੇਗਾ ਵਾਲੇ ਵਰਕਰ ਆ, ਲੇਕਿਨ ਉਹਨਾਂ ਨੂੰ ਪੈਸੇ ਉਨੇ ਕੁ ਹੀ ਮਿਲ ਸਕਣ। ਠੀਕ ਹੈ, ਤੁਹਾਨੂੰ ਲੱਗਦਾ ਹੈ ਡਾਇਰੈਕਟਲੀ ਕਿ ਜਿਹੜਾ ਆਮ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ, 20 ਲੱਖ ਕਰੋੜ ਰੁਪਏ ਦਾ ਜਿਹੜਾ ਪੈਕੇਜ ਆ, ਇਹ ਕਾਗਜ਼ਾਂ 'ਚ ਤੇ ਨਹੀਂ ਰਹਿ ਜਾਊਗਾ? ਕੋਈ ਫਾਇਦਾ ਮਿਲੂਗਾ ਲੋਕਾਂ ਨੂੰ ਇਸ ਚੀਜ਼ ਦਾ? ਅਰਥ ਵਿਵਸਥਾ ਨਾਲੇ ਕਦੋਂ ਤੱਕ ਸੰਭਲ ਜਾਊਗੀ, ਇਸ ਤੇ ਵੀ ਜ਼ਰੂਰ ਜਵਾਬ ਦਿਓ। ਦੇਖੋ, ਅਰਥ ਵਿਵਸਥਾ ਤਾਂ ਮੈਂ ਸਮਝਦਾ ਉਹਦੀ ਸੰਭਲੇਗੀ ਇੱਕ ਤਾਂ ਜਦੋਂ ਲੋਕਾਂ ਦੇ ਮਨ ਚੋਂ ਪਹਿਲਾਂ ਤਾਂ ਕਰੋਨਾ ਦਾ ਡਰ ਨਿਕਲੇਗਾ, ਦੂਜਾ ਲੋਕਾਂ ਦੇ ਮਨ ਚੋਂ ਇਹ ਡਰ ਨਿਕਲੇਗਾ ਕਿ ਮੈਨੂੰ ਆਉਣ ਵਾਲੇ ਟਾਈਮ 'ਚ ਰੋਜ਼ਗਾਰ ਮਿਲ ਜਾਏਗਾ, ਰੋਟੀ ਮਿਲ ਜਾਏਗੀ ਤੇ ਗਵਰਨਮੈਂਟ ਦਾ ਮੈਨੂੰ ਕੋਈ ਡਰ ਨਹੀਂ ਰਹੇਗਾ, ਮੈਂ ਖੁੱਲ੍ਹ ਕੇ ਕੰਮ ਕਰ ਸਕਾਂਗਾ। ਵਪਾਰੀ ਖੁੱਲ੍ਹ ਕੇ ਉਦੋਂ ਹੀ ਕੰਮ ਕਰੇਗਾ ਜਦੋਂ ਉਹਨੂੰ ਲੱਗੇਗਾ ਕਿ ਗਵਰਨਮੈਂਟ ਵੱਲੋਂ ਮੈਨੂੰ ਜ਼ਰੂਰੀ ਨਹੀਂ ਵੀ ਕੈਸ਼ ਦੀ ਸਪੋਰਟ ਮਿਲਣੀ ਹੈ, ਪਰ ਅਥਾਰਟੀਆਂ ਮੈਨੂੰ ਕੋਈ ਤੰਗ ਨਾ ਕਰਨ, ਮੈਨੂੰ ਕਿਸੇ ਪਾਸੋਂ ਕੋਈ ਪ੍ਰੈਸ਼ਰ ਨਾ ਆਵੇ, ਕੋਈ ਇਨਕਮ ਟੈਕਸ ਦਾ ਨਾ ਆਵੇ, ਕੋਈ GST ਦਾ ਨਾ ਆਵੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਦਿਮਾਗੋਂ ਪਰੇਸ਼ਾਨ ਨਹੀਂ ਹੋਊਗਾ, ਕੰਪਲਾਈਂਸਸ ਦਾ ਬਰਡਨ ਉਹਦੇ ਤੇ ਘਟ ਜਾਊਗਾ ਤੇ ਉਦੋਂ ਇਕਨੋਮੀ ਦਾ ਪਹੀਆ ਹੌਲੀ ਹੌਲੀ ਚੱਲਣਾ ਸ਼ੁਰੂ ਹੋ ਜਾਊਗਾ। ਅਗਰ ਇਹੀ ਚੀਜ਼ਾਂ ਟਾਈਟਨੈਸ ਸਾਡੇ ਤੇ ਜਿੰਨੇ ਵੀ ਅਥਾਰਟੀਆਂ ਨੇ ਇਹ ਕੰਟੀਨਿਊ ਰਹੀ ਤਾਂ ਮੈਨੂੰ ਲੱਗਦਾ ਵੀ ਜਿਹੜੇ ਸੈਂਟੀਮੈਂਟ ਪਹਿਲਾਂ ਖਰਾਬ ਹੋ ਰਹੇ ਸੀ ਕਰੋਨਾ ਤੋਂ ਪਹਿਲਾਂ, ਉਹ ਹੋਰ ਜ਼ਿਆਦਾ ਖਰਾਬ ਹੋ ਜਾਣਗੇ। ਗਵਰਨਮੈਂਟ ਨੂੰ ਇਹਦੇ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਕਿ ਜਿੰਨੇ ਵੀ ਚਾਹੇ ਮਤਲਬ ਲੋਕਾਂ ਨੂੰ 3 ਸਾਲ ਲਈ ਪੂਰੀ ਛੂਟ ਦੇ ਦਿਓ, ਕੰਮ ਕਰਨ ਦੀ ਪੂਰੀ ਛੂਟ ਦੇ ਦਿਓ ਕਿ ਤੁਹਾਨੂੰ ਕੋਈ ਤੰਗ ਨਹੀਂ ਕਰੂਗਾ, ਲੋਕ ਖੁੱਲ੍ਹ ਕੇ ਕੰਮ ਕਰਨ ਤੇ ਆਪਣੇ ਆਪ ਇਕਨੋਮੀ ਦਾ ਪਹੀਆ ਚੱਲ ਜਾਣਾ। ਉਹਨਾਂ ਨੂੰ ਵਪਾਰੀਆਂ ਨੂੰ ਬਹੁਤੀ ਕੈਸ਼ ਦੀ ਲੋੜ ਨਹੀਂ ਹੈਗੀ, ਸਪੋਰਟ ਦੀ ਲੋੜ ਆ, ਉਹ ਗਵਰਨਮੈਂਟ ਆਲਰੇਡੀ ਇਸ ਫਾਈਨਾਂਸ ਦੇ ਥਰੂ, ਕ੍ਰੈਡਿਟ ਫੈਸਿਲਿਟੀ ਦੇ ਥਰੂ ਕਰ ਰਹੀ ਹੈ। ਇੱਕ ਆਖਰੀ ਸਵਾਲ ਲਵਾਂਗਾ, ਪੰਜਾਬ ਸਰਕਾਰ ਲੰਬੇ ਸਮੇਂ ਤੋਂ ਇਹੀ ਕਹਿ ਰਹੀ ਹੈ ਜਦੋਂ ਦਾ ਲਾਕਡਾਊਨ ਸ਼ੁਰੂ ਹੋਇਆ ਕਿ ਅਸੀਂ ਇੰਡਸਟਰੀ ਚਲਾਉਣੀ ਚਾਹੁੰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਕਈ ਵਾਰ ਬਿਆਨ ਆਇਆ, ਉਹਨਾਂ ਨੇ ਇੰਡਸਟਰੀਜ਼ ਚਲਾਉਣ ਵਾਸਤੇ ਬਹੁਤ ਵਾਰ ਕਿਹਾ ਕਿ ਇੰਡਸਟਰੀ ਚਾਲੂ ਰਵੇ, ਪਰ ਹੁਣ ਜਿਹੜੀ ਮਾਈਗ੍ਰੈਂਟ ਲੇਬਰ ਵਾਪਸ ਜਾ ਰਹੀ ਹੈ, ਇੰਡਸਟਰੀ ਠੱਪ ਹੋ ਜਾਣੀ, ਉਸ ਨੂੰ ਲੈ ਕੇ ਵੀ ਕੁਝ ਆਇਆ ਕਿ ਜਿਹੜੇ ਉਦਯੋਗਪਤੀ ਨੇ ਉਹਨਾਂ ਨੂੰ ਲੈ ਕੇ ਕੋਈ ਰਾਹਤ ਮਿਲੀ ਹੋਵੇ, ਇਦਾਂ ਦਾ ਕੁਝ? ਦੇਖੋ, ਉਦਯੋਗਪਤੀਆਂ ਨੂੰ ਤਾਂ ਜਿਵੇਂ ਕੱਲ MSME ਦੇ ਵਿੱਚ ਗਵਰਨਮੈਂਟ ਨੇ ਕ੍ਰੈਡਿਟ ਫੈਸਿਲਿਟੀ ਦੇਤੀ, ਹੁਣ ਉਹਨਾਂ ਨੂੰ ਕਹਿਤਾ ਵੀ ਅਗਰ ਤੁਹਾਡਾ 1 ਕਰੋੜ ਦਾ ਲੋਨ ਆ, ਤੁਸੀਂ 20 ਲੱਖ ਰੁਪਏ ਦਾ ਲੋਨ ਇਮੀਡੀਏਟ ਲੈ ਲਓ ਬੈਂਕ ਤੋਂ, ਤੇ ਉਹਦੇ ਲਈ ਤੁਹਾਨੂੰ ਕੋਈ ਐਡੀਸ਼ਨਲ ਸਿਕਿਉਰਿਟੀ ਦੇਣ ਦੀ ਲੋੜ ਨਹੀਂ, ਕੱਲ ਵਾਲੇ ਪੈਕੇਜ ਉਹਨਾਂ ਨੇ ਕਿਹਾ। ਲੇਕਿਨ ਇੰਡਸਟਰੀ ਕੋਲ ਡਿਮਾਂਡ ਹੀ ਹੈ ਨਹੀਂ, ਪ੍ਰੋਡਿਊਸ ਕਰਕੇ ਕੀ ਕਰੇਗਾ? ਅਗਰ ਅੱਜ ਦੀ ਡੇਟ 'ਚ ਸਿਰ ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਕੋਈ ਡਿਮਾਂਡ ਨਹੀਂ। ਅੱਜ ਪਾਈਪ ਇੰਡਸਟਰੀ ਆ ਜਲੰਧਰ ਦੇ ਵਿੱਚ, ਹੈਂਡ ਟੂਲ ਇੰਡਸਟਰੀ ਆ, ਉਹ ਬਣਾ ਕੇ ਕੀ ਕਰਨਗੇ ਜਦੋਂ ਉਹਦਾ ਕੋਈ ਗਾਹਕ ਹੀ ਹੈ ਨਹੀਂ? ਮੰਨ ਲਓ ਉਹਨਾਂ ਕੋਲੇ ਕੋਈ ਪੁਰਾਣੇ ਆਰਡਰ ਪਏ ਵੀ ਆ, 1 ਹਫ਼ਤੇ ਲਈ ਇੰਡਸਟਰੀ ਚਲਾ ਲਈ, ਹਫ਼ਤੇ ਬਾਅਦ ਫੇਰ ਬੰਦ ਹੋ ਜਾਊਗੀ, ਤੇ ਜੇ ਕਿਸੇ ਦਾ ਕੋਲ ਗਾਹਕ ਹੈਗੇ ਆ ਤਾਂ ਉਹਦੇ ਕੋਲੇ ਲੇਬਰ ਹੈ ਨਹੀਂ। ਇਹ ਚੀਜ਼ ਤਾਂ ਦੇਖੋ ਸਾਨੂੰ ਦਿੱਕਤ ਆ ਗਈ ਆ, ਇਹ ਹੁਣ 100 ਸਾਲਾਂ ਬਾਅਦ ਪਹਿਲੀ ਵਾਰ ਦਿੱਕਤ ਆਈ ਆ, ਪਹਿਲਾਂ ਤਾਂ ਕਿਸੇ ਨੇ ਕਦੇ ਬੀਅਰ ਕੀਤੀ ਨਹੀਂ। ਹੁਣ ਇਹ ਕਿਸ ਤਰ੍ਹਾਂ ਸੈੱਟ ਹੁੰਦੀ ਆ, ਇਹਨੂੰ ਮੇਰੇ ਖਿਆਲ 'ਚ ਟਾਈਮ ਲੱਗੇਗਾ ਹਜੇ, ਕਿਉਂਕਿ ਜਿਹੜੀ ਮਾਈਗ੍ਰੈਂਟ ਲੇਬਰ ਵੀ ਗਈ ਆ ਉਹਨਾਂ ਨੂੰ ਦੇਖੋ ਰੋਟੀ ਘਰ ਵੀ ਮਿਲਦੀ ਆ। ਉਹ ਅੱਜ ਇੱਥੇ ਦੂਜੀਆਂ ਸਟੇਟਾਂ ਦੇ ਵਿੱਚ, ਮੈਂ ਜ਼ਰੂਰੀ ਨਹੀਂ ਕਹਿੰਦਾ ਪੰਜਾਬ, ਹਰ ਸਟੇਟ ਦੇ ਵਿੱਚ, ਬਿਹਾਰ ਕਿਤੇ ਵੀ ਇੱਕ ਦੂਜੀ ਸਟੇਟ 'ਚ ਜਾਂਦੇ ਸੀ, ਸਿਰਫ ਪੈਸੇ ਕਮਾਉਣ ਜਾਂਦੇ ਸੀ, ਉਹ ਕੋਈ ਰੋਟੀ ਖਾਣ ਲਈ ਨਹੀਂ ਜਾਂਦੇ ਸੀ। ਉੱਥੇ ਰੋਟੀ ਉਹਨਾਂ ਨੂੰ ਆਪਣੇ ਘਰ ਵੀ ਮਿਲਦੀ ਹੈ, ਤੇ ਉਹਨਾਂ ਲੇਬਰ ਨੂੰ ਦੁਬਾਰਾ ਵਾਪਸ ਲਿਆਉਣਾ ਕੰਮ ਦੇ ਉੱਤੇ ਇੱਕ ਬੜਾ ਚੈਲੰਜ ਹੋਊਗਾ, ਕਿਉਂਕਿ ਉਹਨਾਂ ਦੇ ਵਿੱਚ ਜੋ ਖੌਫ ਵਹਿ ਗਿਆ, ਜੋ ਐਕਚੁਅਲ ਹੈਗਾ ਵੀ ਆ ਕਰੋਨਾ ਦਾ, ਉਹ ਕਿਸ ਤਰ੍ਹਾਂ ਨਿਕਲਦਾ ਇਹ ਸਾਨੂੰ ਕੁਝ ਨਹੀਂ ਪਤਾ ਕਿੰਨੀ ਦੇਰ 'ਚ ਠੀਕ ਹੋਏਗਾ। ਠੀਕ ਹੈ, ਬਹੁਤ ਮਿਹਰਬਾਨੀ ਸਰ, तमाम ਗੱਲਾਂ ਜਿਹੜੀਆਂ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਕਲੀਅਰ ਕਰ ਦਿੱਤੀਆਂ ਨੇ। ਸੋ CA ਅਸ਼ਵਨੀ ਜਿੰਦਲ ਸਾਹਿਬ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ तमाम ਤਫਸੀਲ ਕੀਤੀਆਂ ਨੇ ਗੱਲਾਂ। ਆਸਾਨੀ ਦੇ ਨਾਲ ਅਸੀਂ ਇਹ ਟੈਕਨੀਕਲ ਚੀਜ਼ਾਂ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਜ਼ਰੀਏ ਕਿ ਆਮ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲ ਸਕੇ ਕਿ ਇਹ 20 ਲੱਖ ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਇਹ ਕਿਸ ਤਰ੍ਹਾਂ ਐਗਜ਼ੀਕਿਊਟ ਹੋਣਾ, ਇਹ ਪ੍ਰੋਸੈਸ ਕਿਸ ਤਰ੍ਹਾਂ ਇਹ ਆਮ ਲੋਕਾਂ ਦੇ ਕੰਮ ਆਊਗਾ, ਔਰ ਦੇਖਣਾ ਇਹ ਹੋਊਗਾ ਕਿ ਸਰਕਾਰ ਐਲਾਨ ਤੱਕ